5 ਸਤੰਬਰ ਨੂੰ ਨੋਵਾ ਸਕੋਚੀਆ ਦੇ ਸ਼ਹਿਰ ਟਰੂਰੋ ਵਿੱਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਟਰੂਰੋ ਪੁਲਿਸ ਵੱਲੋਂ ਇਸ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਡਰ ਵਿੱਚ ਰਹਿ ਰਹੇ ਭਾਈਚਾਰੇ ਦੇ ਮੈਂਬਰਾਂ ਨੂੰ ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਕੁਝ ਰਾਹਤ ਮਿਲੀ ਹੈ, ਪਰ ਹਜੇ ਵੀ ਪੁਲਿਸ ਵੱਲੋਂ ਇਸ ਹੱਤਿਆ ਦੇ ਇਰਾਦੇ ਸੰਬੰਧੀ ਕੋਈ ਜਾਣਕਾਰੀ नहीं दी गई है। ਉਹ ਡੀਐਨਏ ਵੈਰੀਫਿਕੇਸ਼ਨ ਦੀ ਵੇਟ ਕਰ ਰਹੇ ਸੀ ਕਿਉਂਕਿ ਉਹਨੂੰ ਕਾਫੀ ਟਾਈਮ ਲੱਗਦਾ। ਜਿਹੜੀ ਆਪਣੇ ਪੂਰੇ ਕੈਨੇਡਾ ਦੇ ਵਿੱਚ ਇੱਕੋ ਹੀ ਲੈਬ ਹੈ ਜਿਹੜੀ ਡੀਐਨਏ ਵੈਰੀਫਿਕੇਸ਼ਨ ਕਰਦੀ ਹੈ ਪੂਰੇ ਕੈਨੇਡਾ ਦੇ ਵਿੱਚ। ਤੁਸੀਂ ਮੰਨੋ ਕਿੰਨੇ ਕੇਸ ਹੁੰਦੇ ਨੇ, ਤਾਂ ਉਹਨਾਂ ਨੇ ਬਹੁਤ ਜ਼ੋਰ ਲਾ ਕੇ ਕਿ ਬਹੁਤ ਇੰਪੋਰਟੈਂਟ ਹੈ, ਇਹਨੂੰ ਜਲਦੀ ਕਰ ਦਿਓ। ਉਸ ਕੋਰਸ ਜਲਦੀ ਕਰਵਾਇਆ ਗਿਆ। ਸੋ ਉਸ ਚੀਜ਼ ਨੂੰ ਵੈਰੀਫਾਈ ਕਰਕੇ ਕਰਨ ਤੋਂ ਬਿਨਾਂ ਉਹ ਅਨਾਉਂਸ ਨਹੀਂ ਸੀ ਕਰਨਾ ਚਾਹੁੰਦੇ ਇਸ ਚੀਜ਼ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨੇ ਮਰਡਰ ਕੀਤਾ, ਪਰ ਉਹ ਵੈਰੀਫਿਕੇਸ਼ਨ ਕਰਕੇ ਤਾਂ ਜੋ ਇਹਨੂੰ ਕੋਰਟ ਦੇ ਵਿੱਚ ਪ੍ਰੂਵ ਕਰ ਸਕਣ ਉਹ ਸਾਰੇ ਇਕੱਠੇ ਕਰ ਰਹੇ ਸੀ ਪ੍ਰੂਫ। ਪਰ ਉਹ ਟਾਈਮ ਕਾਫੀ ਔਖਾ ਸੀ ਯੰਗ ਬੱਚਿਆਂ ਲਈ ਖਾਸ ਤੌਰ ਤੇ, ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਪੁਲਿਸ ਕੁਝ ਕਰ ਨਹੀਂ ਰਹੀ। ਪਰ ਮੇਰੀ ਉਹਨਾਂ ਨਾਲ ਕਾਫੀ ਲਗਾਤਾਰ ਕਮਿਊਨੀਕੇਸ਼ਨ ਹੁੰਦੀ ਰਹੀ ਹੈ ਤੇ ਉਹ ਕਾਫੀ ਬਹੁਤ ਐਫਰਟ ਕਰਕੇ ਇਸ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਦਿਨ ਰਾਤ, ਤੇ ਉਹ ਹੁਣ ਉਹਦੇ ਵਿੱਚ ਸਕਸੈਸਫੁਲ ਹੋਏ ਨੇ, ਜਿਹਦੀ ਕਰਕੇ ਸਾਡੇ ਮਨ ਨੂੰ ਥੋੜੀ ਸ਼ਾਂਤੀ ਹੈ। ਕਾਫੀ ਜ਼ਿਆਦਾ, ਬਹੁਤ ਜ਼ਿਆਦਾ ਮੈਂ ਵੇਖਿਆ ਕਿ ਜਿਹੜੇ ਯੰਗ ਬੱਚੇ ਨੇ ਬਹੁਤ ਜ਼ਿਆਦਾ ਉਹਨਾਂ 'ਚ ਫੀਅਰ ਸੀਗਾ। ਤੇ ਹਾਲੇ ਵੀ ਮੈਂ ਸੁਣਦੀ ਹਾਂ ਕਿ ਕਾਫੀ ਸਾਰੇ ਜਿਹੜੇ ਯੰਗ ਬੱਚੇ ਨੇ ਜਿਨ੍ਹਾਂ ਦੇ ਪੇਰੈਂਟਸ ਨੂੰ ਇਹ ਲੱਗਿਆ ਕਿ ਇੱਥੇ ਹੇਟ ਹੈ ਅਤੇ ਉਹ ਚਲੇ ਗਏ ਨੇ ਇੱਥੋਂ ਵਾਪਸ ਅੰਟੈਰੀਓ, ਜਾਂ ਉਹਨਾਂ ਨੇ ਪੇਰੈਂਟਸ ਨੇ ਫੋਰਸ ਕੀਤਾ। ਉਹ ਬਹੁਤ ਯੰਗ ਬੱਚੇ ਨੇ। ਜੇ ਤੁਹਾਡੇ ਸਾਹਮਣੇ ਤੁਹਾਡੇ ਨਾਲ ਰਹਿਣ ਦੇ ਬ੍ਰਦਰ ਦਾ, ਤੁਹਾਡੇ ਸਕੇ ਭਰਾ ਦਾ, ਬ੍ਰਦਰ ਇਨ ਲਾਅ ਦਾ ਏਦਾਂ ਮਰਡਰ ਹੋ ਜਾਏ, ਇਹ ਬਹੁਤ ਵੱਡਾ ਟਰਾਮਾ ਆ। ਤੇ ਮੈਂ ਅੰਡਰਸਟੈਂਡ ਕਰਦੀ ਹਾਂ ਕਿ ਉਹ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਪਰਮਾਨੈਂਟਲੀ ਛੱਡਿਆ ਵਾ, ਕਿਉਂਕਿ ਹਾਲੇ ਉਹਨਾਂ ਦੇ ਇੱਥੇ ਉਹਨਾਂ ਨੂੰ ਪੁਲਿਸ ਨੇ ਤਾਂ ਟਾਊਨ ਆਫ ਟਰੂਰੋ ਨੇ ਹੈਲਪ ਕੀਤੀ। ਮੇਰਾ ਖਿਆਲ ਹੈ ਕਿ ਉਹਨਾਂ ਨੂੰ ਅਲਾਓ ਕੀਤਾ ਜਾਣਾ ਪਰੇ, ਤੇ ਪਰ ਉਹਨਾਂ ਨੂੰ ਪਰਮਾਨੈਂਟਲੀ ਮੇਰਾ ਖਿਆਲ ਉਹ ਵਾਪਸ ਆਉਣਗੇ। ਆਈ ਹੋਪ ਕਿ ਹੁਣ ਜਦੋਂ ਕੇਸ ਰਿਜ਼ੋਲਵ ਹੋ ਜਾਏਗਾ ਤਾਂ ਉਹ ਵਾਪਸ ਆਉਣਗੇ, ਕਿ ਉਹਨਾਂ ਦੀ ਲੋੜ ਪੈਗੀ ਕੋਰਟ ਦੇ ਵਿੱਚ ਜਦੋਂ ਕੇਸ ਚੱਲੇਗਾ, ਹਨਾ। ਪਰ ਆਪਾਂ ਨੂੰ ਸਾਰਿਆਂ ਨੂੰ ਹੋਪ ਰੱਖਣੀ ਚਾਹੀਦੀ ਹੈ। ਮੇਰਾ ਖਿਆਲ ਆ ਕਿ ਇਦਾਂ ਇੱਕ ਦੁੱਕੇ ਜਿਹੜੀ ਇਨਸੀਡੈਂਟ ਆ ਬਹੁਤ ਅਨਫੋਰਚੂਨੇਟ, ਬੱਚੇ ਦੀ ਜਾਨ ਚਲੇਗੀ, ਕੋਈ ਛੋਟਾ ਮੋਟੀ ਗੱਲ ਨਹੀਂ ਹੈ। ਇਹਦੇ ਨਾਲ ਟਰਾਮਾ ਤੇ ਜਿਹੜਾ ਟਾਈਮ ਦੇ ਨਾਲ ਹੀ ਹੀਲ ਹੋਏਗਾ। ਤੇ ਪੁਲਿਸ ਬਹੁਤ ਜ਼ਿਆਦਾ ਹੈਲਪਫੁਲ ਸੀ ਸ਼ੁਰੂ ਤੋਂ ਲੈ ਕੇ। ਉਹਨਾਂ ਨੇ ਬਹੁਤ ਇੰਪੈਥੀ ਦੇ ਨਾਲ ਟਰੀਟ ਕੀਤਾ ਜਿਹੜੇ ਬੱਚੇ ਨੇ, ਉਹਨਾਂ ਨੂੰ ਬੜੀ ਜਿਹੜੀ ਹਮਦਰਦੀ ਦੇ ਨਾਲ, ਰੀਅਲ ਦਿਲੀ ਹਮਦਰਦੀ ਦੇ ਨਾਲ ਬੱਚਿਆਂ ਦੀ ਸਪੋਰਟ ਕੀਤੀ। ਉਹਨਾਂ ਨੂੰ ਲੱਗਾ ਕਿ ਘਰੇ ਹੀ ਬੈਠੇ ਨੇ, ਬਾਹਰ ਨਹੀਂ ਨਿਕਲਦੇ, ਜੇ ਅਨਸਿਕਿਉਰ ਫੀਲ ਕਰਦੇ ਹੋ ਤਾਂ ਅਸੀਂ ਤੁਹਾਨੂੰ, ਪੁਲਿਸ ਚੀਫ ਨੇ ਕਿਹਾ ਕਿ ਮੈਂ ਤੁਹਾਨੂੰ ਪਾਰਕ ਦੇ ਵਿੱਚ ਲਿਜਾਣਾ, ਪਿਕਨਿਕ ਕਰਾਉਣਾ ਤੁਹਾਡੀ, ਤਾਂ ਤੁਸੀਂ ਬਾਹਰ ਨਿਕਲੋ। 10 ਦਿਨ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਲੈ ਜਾ ਬਾਹਰ। ਸੋ ਉਹ ਕਾਫੀ ਜ਼ਿਆਦਾ ਸਪੋਰਟ ਕਰਦੇ ਰਹੇ। ਫਿਰ ਜਿੰਨੀ ਵਾਰੀ ਕੋਈ ਕਿਸੇ ਨੇ ਕਿਹਾ ਕਿ ਕੋਈ ਐਕਸ਼ਨ ਨਹੀਂ ਹੋ ਰਿਹਾ ਤੇ ਪੁਲਿਸ ਆਫਿਸਰ, ਉਹਨਾਂ ਨੂੰ ਮੈਂ ਮੈਸੇਜ ਕੀਤਾ, ਉਹਨਾਂ ਨੇ ਉਸੇ ਵਕਤ ਕਾਲ ਬੈਕ ਕਰਕੇ ਮੈਨੂੰ ਐਕਸਪਲੇਨ ਕੀਤਾ ਵੀ ਕੀ ਕਰ ਰਿਹਾ, ਕਿਸ ਵਜ੍ਹਾ ਤੋਂ ਅਸੀਂ ਰੁਕੇ ਹੋਏ ਹਾਂ। ਮੈਂ ਚਾਹੁੰਦੀ ਸੀ ਕਿ ਕੋਈ ਇਫੈਕਟਿਵ ਜਿਹਾ ਪ੍ਰੋਗਰਾਮ ਹੋਵੇ, ਡਿਵੈਲਪ ਹੋਵੇ, ਜਿਹਦੇ 'ਚ ਅਸੀਂ ਐਕਚੁਅਲ ਰੀਅਲ ਟਾਈਮ 'ਚ ਰੀਅਲ ਹੈਲਪ ਕਰ ਸਕਦੇ ਹੋਈਏ। ਜਿਹਦਾ ਮਤਲਬ ਯੂ ਕੈਨ ਕ੍ਰੀਏਟ ਅ ਡਿਫਰੈਂਸ। ਏਦਾਂ ਨਹੀਂ ਕਿ ਅਸੀਂ ਪ੍ਰੋਗਰਾਮ ਬਣਾ ਕੇ ਅਨਾਉਂਸ ਕਰ ਦੋ ਤੇ ਮੁੜ ਕੇ ਉਹਦਾ ਕੋਈ ਵਰਕ ਨਾ ਕਰੇ। ਇਸ ਕਰਕੇ ਉਹ ਥੋੜਾ ਜਿਹਾ ਟਾਈਮ ਲੱਗ ਰਿਹਾ ਕਿ ਅਸੀਂ ਡਾਟਾ ਜਿਹੜੇ ਬੰਦੇ ਹੈਲਪ ਨੇ ਅਸੀਂ ਕਰ ਰਹੇ ਹਾਂ ਕਿ ਇਹਨਾਂ ਨੂੰ ਏਰੀਆ ਦੇ ਹਿਸਾਬ ਨਾਲ ਸੈਗਰੀਗੇਟ ਕਰੀਏ, ਜਾਂ ਅਸੀਂ ਕੈਟੇਗਰੀ ਦੇ ਹਿਸਾਬ ਨਾਲ ਸੈਗਰੀਗੇਟ ਕਰੀਏ, ਤੇ ਕਿਹੜੀਆਂ ਕੰਡੀਸ਼ਨਸ ਬੱਚਿਆਂ ਨੂੰ ਦੱਸੀਏ ਤਾਂ ਜੋ ਜਿਹੜੇ ਬੰਦੇ ਹੈਲਪ ਕਰ ਰਹੇ ਨੇ ਵਲੰਟੀਅਰ, ਉਹ ਵੀ ਹੋਰ ਬਰਡਨ ਨਾ ਹੋਣ, ਤੇ ਜਿਹੜੇ ਬੱਚੇ ਨੂੰ ਹੈਲਪ ਚਾਹੀਦੀ ਉਹਨੂੰ ਹੈਲਪ ਮਿਲ ਵੀ ਜਾਏ। ਸੋ ਇਹਨੂੰ ਥੋੜਾ ਜਿਹਾ ਟਾਈਮ ਲੱਗੇਗਾ, ਪਰ ਅਸੀਂ ਇਨ ਪ੍ਰੋਸੈਸ ਆ। ਇਸ ਚੀਜ਼ ਨੂੰ ਅਸੀਂ ਜ਼ਰੂਰ ਬਹੁਤ ਜਲਦੀ ਇਹਨੂੰ ਆਪਰੇਸ਼ਨ ਕਰ ਦਿਆਂਗੇ। ਕਰਵਾ ਚੌਥ ਹਿੰਦੂ ਭਾਈਚਾਰੇ ਦਾ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਹਿੰਦੂ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਅਤੇ ਚੰਗੀ ਉਮਰ ਦੀ ਕਾਮਨਾ ਕਰਦੇ ਹੋਏ ਦਿਨ ਭਰ ਦਾ ਵਰਤ ਰੱਖਦੀਆਂ ਹਨ। ਇਸੇ ਦਿਨ ਨੂੰ ਕੈਨੇਡਾ ਵਿੱਚ ਹਿੰਦੂ ਔਰਤਾਂ ਨੇ ਵੀ ਮਨਾਇਆ। ਦੱਸ ਦਈਏ ਕਿ ਹਿੰਦੂ ਧਰਮ ਵਿੱਚ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਇਹ ਵਰਤ ਪਿਆਰ ਅਤੇ ਤਿਆਗ ਦਾ ਪ੍ਰਤੀਕ ਹੈ ਮੰਨਿਆ ਜਾਂਦਾ ਹੈ। कुछ जगहों पर परंपरा है, जैसे ख़ास तौर पर पंजाब में, नॉर्दर्न इंडिया में, कि सुबह उनकी सास या जेठानी या ननद उनको सरगी के रूप में कुछ मिठाई, मेवा या फेनी ये देती हैं, जो कि वो सुबह लेती हैं, जिससे कि वो दिन भर उपवास को अच्छी तरह से पालन कर सकें। उसके बाद वो निर्जला रहती हैं। शाम को फिर थालियाँ बदल करके पूजा करती हैं। तो करवा चौथ की जो पूरी पूजा है, इसमें जो चतुर्थी माता हैं वो माता पार्वती का रूप हैं, और जो चंद्रमा है वो भगवान गणेश का ही वो रूप है जो कि बाल रूप है, जिसे कि पार्वती जी ने अपने शरीर के उपटन से बनाया था। सो ये हम भगवान शिव के परिवार की पूजा इस दिन करते हैं। और दरअसल स्त्रियां जो हैं अपने पूरे परिवार के लिए और ख़ास तौर पर अपने पति के लिए लंबी आयु की और स्वास्थ्य की कामना करती हैं। तो ऐसे में जो करवा है वो हिम्मत नहीं हारती, वो मगर के मुंह को
और मगर के बॉडी को जो है वो सूत से बांध देती है। जिस तरह से ये धागे का जो प्रयोग किया जाता है वो सूत से बांध देती है और यमराज से प्रार्थना करती है कि आप इस मगर को अभी नरक लोक भेजिए और मेरे पति को आप प्राण दान दीजिए। तो यमराज कहते हैं ये मुमकिन नहीं है, लेकिन करवा जो है वो यमराज को बताती है कि मेरा तप इतना भारी है कि तुम भी भस्म हो सकते हो उसके आगे। तो यमराज जो है वो हार जाते हैं, उसके पति को दीर्घायु का वरदान देते हैं और जो मगर है उसको नरक लोक भेजते हैं। पहले जितनी संख्या मंदिर में उपस्थित होती थी अब लोग जाने से डरते हैं, क्योंकि जो लोग कॉशियस हैं वो नहीं चाहते कि मंदिर में जाएं और किसी तरह का कोई संक्रमण फैले। इसलिए अब लोग अपने उन्हीं लोगों के साथ जो उनका पर्सनल सर्कल है, क्लोज सर्कल है, बबल है, उसी में रह करके इस पूजा को संपन्न करना सही समझते हैं। इसलिए जो पहले भीड़ हुआ करती थी मंदिरों में वो काफ़ी कम हो गई है और लोग इसे प्राइवेटली अपने अपने पर्सनली घरों में या मंदिरों में मनाना प्रेफर करते हैं। ये एक खास चेंज आया है। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਵਿੱਚ ਪੈਂਦੇ ਪਿੰਡ ਅਗਵਾਨ ਦੇ ਇੱਕ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਇਕਲੌਤੇ 20 ਸਾਲਾ ਨੌਜਵਾਨ ਪੁੱਤ ਦੀ ਕੈਨੇਡਾ ਵਿੱਚ ਮੌਤ ਹੋ ਗਈ, ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ। ਮ੍ਰਿਤਕ ਨੌਜਵਾਨ ਬਲਪ੍ਰੀਤ ਸਿੰਘ ਦੀ ਮਾਂ ਨੇ ਰੋਂਦਿਆਂ ਹੋਇਆ ਸਰਕਾਰ ਨੂੰ ਜੰਮ ਕੇ ਕੋਸਿਆ। ਉਹਨਾਂ ਆਖਿਆ ਕਿ ਜੇ ਸਾਡੀਆਂ ਆਪਣੀਆਂ ਸਰਕਾਰਾਂ ਚੰਗੀਆਂ ਹੋਣ ਤਾਂ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਧੱਕੇ ਖਾਣ ਕਿਉਂ ਭੇਜੀਏ। मेरे बच्चे दी ऑक्सीजन लगी रहे। हाय सरकारां नूं सुना दवो, इत्थे बच्चियां नूं रोजगार दवो, लोकी अपने दिलां दे टुकड़े बाहर ना कल्लन, माहौल चंगा करो, नशे खत्म करो, अहीं अपने बच्चे बाहर ना कल्लिए। साडे हीरे बच्चे, साडे इंटेलिजेंट बच्चे, फर्स्ट पोजीशन मेरा बच्चा, 96% मेरे बच्चे ने 10वीं जो मार्क्स आए CBSE बोर्ड चो। मैं बच्चा माहौल तो डरदी ने बाहर कल्लिया। गंदियां सरकारां ओए अपने बच्चे कलो, ओए बार्डरां ते कलो, ओए बाहर कलो बच्चे अपने। और तुहानू पता लगे ओ कुर्सियां ते बैठे जे, अपने बच्चे सेफ कीते जे। साडे बच्चियां नू हाय साडे बच्चियां ते सियासतां करदे। हाय वाहिगुरू वाहिगुरू, हाय मेरे बच्चे, हाय आवाज दे दो, मैनू कुछ नहीं चाहिदा, मैनू कुछ नहीं चाहिदा। हाय बच्चे, हाय पंजाब दे बच्चे, और मेरे बच्चे साम लो, पंजाब दे ओ बच्चे साम लो। पार्ट टुट गया मेरे ते। मैनू 5 वजे आया फोन उत्थों मुंडे नूं 10.5 महीने रोज ही हो जाती कॉल सवेरे 8 बजे ना। बेटी को गए विनीपैग तो 15 दिन होए आ इत्थे ब्रैम्पटन आया। ठीक है जी। आंदा मैं घूम फिर आउना ऑनलाइन क्लासां ने ते मैं चलो अपने यार दोस्तां नूं मिलावांगा। ਹੁਣ ਜਦੋਂ ਵਿਨੀਪੈਗ ਸਿਟੀ ਨੇ ਨਵੇਂ ਲੂਇਸ ਬ੍ਰਿਜ ਲਈ ਜਗ੍ਹਾ ਦੀ ਚੋਣ ਕੀਤੀ ਹੈ ਤਾਂ ਇੱਕ ਸਿਟੀ ਕੌਂਸਲਰ ਅਤੇ ਇੱਕ NDP ਵਿਧਾਇਕ ਪੁਲ ਨੂੰ ਰੀਬਿਲਡ ਕਰਨ ਦੀ ਵਕਾਲਤ ਕਰ ਰਹੇ ਹਨ। ਦੱਸਣਯੋਗ ਹੈ ਕਿ ਲੂਇਸ ਬ੍ਰਿਜ ਸਾਲ 1881 ਵਿੱਚ ਬਣਾਇਆ ਗਿਆ ਸੀ ਅਤੇ ਸਾਲ 2014 ਵਿੱਚ ਵਿਨੀਪੈਗ ਦੇ ਸਿਟੀ ਕੌਂਸਲਰ ਅਤੇ ਇੱਕ NDP ਵਿਧਾਇਕ ਨੇ ਇਸ ਨੂੰ ਰੀਬਿਲਡ ਕਰਨ ਲਈ ਆਵਾਜ਼ ਚੁੱਕੀ ਸੀ। We've been campaigning on this for years, making sure that we replace the Louise Bridge with a new bridge. It would be lovely to keep the old bridge or the old bridge piers, they're the oldest in the city, and keep them for, like, let's say, an active transportation bridge for pedestrians, something like that. I'm told by the engineers of the city that they're so old that we can't even keep them for a pedestrian bridge. So it's time to move on this. We've been dawdling for a while, looking at other projects, but this is the oldest bridge foundation in the city. Time to change it. The province should be going in with the city on sharing the costs for the construction of a new Louise Bridge. With a new premier coming in next Saturday, we want to be approaching these people like right now to get their position on this necessary project. We think that this is a prime opportunity to get a commitment like this week from one of the 2 leadership contestants, and after that we'll be chasing the successful one. So either way we'll be expecting participation. It's time to make sure we're going to plan for the funding to enhance or maintain the infrastructure at the core and the heart of our city, replacing the first bridge in the history of Winnipeg.
ਅਗਲੇ ਮਹੀਨੇ ਕੈਨੇਡਾ ਅਤੇ ਮੈਕਸੀਕੋ ਲਈ ਸੰਯੁਕਤ ਰਾਜ ਆਪਣੀਆਂ ਸਰਹੱਦਾਂ ਅਤੇ ਗੈਰ ਜ਼ਰੂਰੀ ਯਾਤਰਾ ਲਈ ਦਰਵਾਜ਼ੇ ਮੁੜ ਖੋਲ੍ਹਣ ਜਾ ਰਿਹਾ ਹੈ। ਦੱਸ ਦਈਏ ਕਿ ਲੰਮੇ ਸਮੇਂ ਤੋਂ ਕੋਵਿਡ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਅਨੇਕਾਂ ਪਰਿਵਾਰ ਟੁੱਟ ਚੁੱਕੇ ਨੇ ਤੇ ਸਰਕਾਰ ਦੇ ਇਸ ਫੈਸਲੇ ਕਾਰਨ ਹੁਣ ਉਹਨਾਂ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਆ ਚੁੱਕੀ ਹੈ ਤੇ ਇਸ ਦੇ ਨਾਲ ਹੀ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਤਾਂ ਸਰਕਾਰ ਦੁਆਰਾ ਜੋ ਅੰਤਰਰਾਸ਼ਟਰੀ ਨੀਤੀਆਂ ਬਣਾਈਆਂ ਜਾਣ ਉਹ ਲੋਕ ਪੱਖੀ ਹੋਣ। Through the course of her illness, there were various times, especially in the last 2 days as she was dying, there where, you know, it would have been nice to know that I was making decisions that my children agreed with. Mm-hmm. You know, when you're asked to take your wife off of life support, it's a family decision. I don't ever want to see this kind of thing happen to another family. It's terrifying. It's just awful. Talk face to face with the people impacted. That's all. What we're hoping to develop in the long term is Donna's rule. And this would allow that whenever the border has an issue, the safe reunification of families is prioritized. To get there, we'll need a more accountable government, particularly when it comes to the CBSA, the Canadian Border Services Agency, and the IRCC, Immigration, Refugees, and Citizenship of Canada. I'm not saying every person has to be able to come in, but if you are being denied or if you are not being treated properly when you are following the rules, there must be a way, an ombudsperson, a mediator, some level of accountability to actually advocate for those who are suffering. In short, the faces of advocacy should have never needed to exist, as the government already should have been accountable enough to have treated these families well enough to reunite and not leave a dying mother saying goodbye to their children through FaceTime. It would really make me happy and my children happy to know that we made a difference. And I'm determined. ਵੀਕਐਂਡ ਉੱਤੇ ਵਾਪਰੀਆਂ ਗੋਲੀਆਂ ਚੱਲਣ ਦੀਆਂ 6 ਘਟਨਾਵਾਂ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਵਿੱਚੋਂ 3 ਗੋਲੀकांड ਵਿੱਚ ਲੋਕਾਂ ਦੀ ਜਾਨ ਵੀ ਗਈ। ਜਾਂਚਕਾਰਾਂ ਨੇ ਦੱਸਿਆ ਕਿ 28 ਸਾਲਾ ਕਮਲ ਡੈਲੇ ਨੂੰ ਸ਼ਨੀਵਾਰ ਰਾਤੀ 12:30 ਵਜੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦਕਿ ਇਸ ਤੋਂ 2 ਘੰਟੇ ਪਹਿਲਾਂ ਇੱਕ ਹੋਰ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਐਗਲਿੰਟਨ ਐਵਨਿਊ ਵੈਸਟ ਦੇ ਪਲਾਜ਼ਾ ਪਾਰਕਿੰਗ ਲੋਟ ਵਿੱਚ ਰਾਤੀ 3:30 ਵਜੇ ਚੱਲੀ ਗੋਲੀ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਇੱਕ ਵੱਖਰੇ ਮਾਮਲੇ ਵਿੱਚ ਇੱਕ ਟੀਨੇਜਰ ਲੜਕਾ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਸਵੇਰੇ 8 ਵਜੇ ਇੱਕ ਰੈਸਟੋਰੈਂਟ ਦੇ ਨੇੜੇ ਗੋਲੀ ਮਾਰੇ ਜਾਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ।